ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਦਾ ਇਹ ਪਾਵਨ ਸ਼ਬਦ ਹੈ ਜੋ ਆਪ ਸਦਾ ਪੜ੍ਹਦੇ ਸੁਣਦੇ ਹੋ। ਆਓ ਆਪਾਂ ਇਸ ਅੰਮ੍ਰਿਤ ਬਚਨ ਦੇ ਨਾਲ ਸਾਂਝ ਪਾਈਏ। ਪਿਆਰ ਸ਼ਰਧਾ ਵੈਰਾਗ ਨਾਲ ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਇੱਥੇ ਆਪਾਂ ਕਰੋ ਨਹੀਂ ਕਹਿਣਾ, ਇਹ ਆਰਡਰ ਨਹੀਂ ਹੈ ਵੀ ਤੁਸੀਂ ਕਰੋ, ਇਹ ਹੈ ਵੀ ਮੈਂ ਕਰਦਾ ਹਾਂ। ਸਾਹਿਬ ਕਹਿੰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਹੇ ਮੇਰੇ ਮੀਤ ਸੁਣ, ਸੰਤ ਟਹਲ ਕੀ ਵੇਲਾ। ਆ ਜਿਹੜਾ ਵੇਲਾ ਹੈ ਮਨੁੱਖੀ ਜੀਵਨ ਦਾ, ਸਾਡਾ ਜੀਵਨ ਜਦੋਂ ਆਪਾਂ ਵੇਖਦੇ ਹਾਂ, ਹਰੇਕ ਜੀਵਨ ਦਾ ਕਰਮ ਕਿਸੇ ਸਮੇਂ ਨਾਲ ਬੱਝਾ ਹੋਇਆ ਹੈ। ਰੋਟੀ ਖਾਣ ਦਾ ਸਾਡਾ ਇੱਕ ਵੇਲਾ ਹੈ, ਸੌਣ ਦਾ ਇੱਕ ਵੇਲਾ ਹੈ, ਪੜ੍ਹਾਈ ਕਰਨ ਦਾ ਇੱਕ ਵੇਲਾ ਹੈ, ਕਿਰਤਕਾਰ ਨੌਕਰੀ ਕਰਨ ਦਾ ਇੱਕ ਵੇਲਾ ਹੁੰਦਾ ਹੈ। ਸਾਡੇ ਜੀਵਨ ਦਾ ਹਰੇਕ ਕਰਮ ਕਿਸੇ ਵੇਲੇ ਕਿਸੇ ਸਮੇਂ ਦੇ ਅਧੀਨ ਵੱਜਾ ਹੋਇਆ ਹੈ, ਤੇ ਜੇ ਵੇਲੇ ਸਿਰ ਉਹ ਕਰਮ ਕੀਤਾ ਨਾ ਜਾਏ ਫਿਰ ਬੜਾ ਕਵੇਲਾ ਹੋ ਜਾਂਦਾ ਹੈ। ਹੁਣ ਵੇਖੋ, ਕਿਸਾਨ ਇੱਕ ਫਸਲ ਬੀਜਦਾ ਹੈ, ਜਿਹੜੇ ਕਿਸਾਨ ਨੂੰ ਰੁੱਤ ਦਾ ਪਤਾ ਨਾ ਹੋਏ, ਬੀਜ ਦਾ ਪਤਾ ਨਾ ਹੋਏ, ਉਹ ਕਦੇ ਲਾਹਾ ਨਹੀਂ ਪ੍ਰਾਪਤ ਕਰ ਸਕੇਗਾ। ਸਿਆਣਾ ਕਿਸਾਨ ਉਹੀ ਹੈ ਜਿਹੜਾ ਰੁੱਤ ਮੁਤਾਬਕ ਬੀਜ ਪਾਉਂਦਾ ਹੋਵੇਗਾ, ਜਿਹਨੂੰ ਹੁਣ ਗੁਰਦੇਵ ਕਹਿੰਦੇ ਇਸੇ ਤਰ੍ਹਾਂ ਜੇ ਜੀਵਨ ਦਾ ਲਾਹਾ ਲੈਣਾ ਹੈ ਨਾ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਮੇਰੇ ਗੁਰਦੇਵ ਕਹਿੰਦੇ ਇਹ ਮਨੁੱਖੀ ਜੀਵਨ ਇੱਕ ਬੜੀ ਸੋਹਣੀ ਰੁੱਤ ਹੈ, ਨਾਮ ਦਾ ਉਹਦੇ ਗੁਣਾਂ ਦਾ ਬੀਜ ਬੀਜਣ ਵਾਸਤੇ। ਬੜੀ ਸੋਹਣੀ ਰੁੱਤ ਹੈ, ਇਹ ਵੇਲਾ ਹੈ, ਮਨੁੱਖੀ ਦੇ ਹੀ ਇੱਕ ਅਵਸਰ ਹੈ। ਤੋ ਸਾਹਿਬ ਕਹਿੰਦੇ ਕਾਹਦੇ ਵਾਸਤੇ ਹੈ? ਸੰਤ ਟਹਿਲ ਕੀ ਵੇਲਾ। ਟਹਿਲ ਦਾ ਅਰਥ ਹੁੰਦਾ ਹੈ ਸੇਵਾ। ਸੰਤ ਗੁਰੂ ਹੈ, ਸੰਤ ਬਹੁ ਵਚਨ ਗੁਰੂ ਕੀ ਸੰਗਤ ਹੈ। ਜਦੋਂ ਇੱਕ ਵਚਨ ਬਾਣੀ 'ਚ ਸੰਤ ਆਏਗਾ ਨਾ, ਉਹ ਰੱਬ ਵਾਸਤੇ ਵੀ ਆਇਆ। ਖੈਰ ਇੱਕ ਵਚਨ ਸੰਤ ਜਿਵੇਂ ਆਪਾਂ ਪੜ੍ਹਦੇ ਹਾਂ, ਹਮਰੋ ਭਰਤਾ ਬੜੋ ਵਿਵੇਕੀ ਆਪੇ ਸੰਤ ਕਹਾਵੈ। ਬਾਣੀ 'ਚ ਸੰਤ ਸ਼ਬਦ ਅਕਾਲ ਪੁਰਖ ਵਾਸਤੇ ਵੀ ਆਏ। ਗੁਰਬਾਣੀ 'ਚ ਸੰਤ ਸ਼ਬਦ ਗੁਰੂ ਵਾਸਤੇ ਵੀ ਆਏ। ਜਦੋਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਆਪਾਂ, ਉੱਥੇ ਸੰਤ ਦੀ ਮਹਿਮਾ ਗਾਇਨ ਕੀਤੀ ਹੈ, ਗੁਰੂ ਵਾਸਤੇ ਹੈ। ਜਦੋਂ ਬਹੁਵਚਨ ਰੂਪ ਦੇ ਅੰਦਰ ਸੰਤ ਸ਼ਬਦ ਆਉਂਦਾ ਹੈ, ਗੁਰਮੁਖ ਜਨਾਂ ਵਾਸਤੇ ਵੀ ਹੁੰਦਾ ਹੈ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸ਼ੀ ਘਰ ਮੈਂ ਪਾਇਆ। ਉੱਥੇ ਗੁਰੂ ਸੰਤ ਦਾ ਜ਼ਿਕਰ ਹੁੰਦਾ ਹੈ। ਵੱਡੇ ਭਾਗ ਨੇ, ਸੰਤ ਮਿਲ ਗਿਆ ਗੁਰੂ, ਤੇ ਮਾਲਕ ਵਾਹਿਗੁਰੂ ਘਰ ਜੀਵਨ ਚੋਂ ਹੀ ਪ੍ਰਗਟ ਹੋ ਗਿਆ। ਜਦੋਂ ਸੰਤ ਜਨਾਂ ਮਿਲ ਹਰ ਜਸ ਗਾਇਓ, ਬਹੁਤੇ ਸੰਤ ਜਨਾਂ ਦਾ ਜ਼ਿਕਰ ਆਉਂਦਾ ਹੈ, ਉਦੋਂ ਗੁਰਮੁਖ ਜਨਾਂ ਦਾ ਜ਼ਿਕਰ ਆਉਂਦਾ ਹੈ। ਹਾਂ, ਆਪਾਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਵੀ ਕੋਈ ਗੁਰਮੁਖ ਪਿਆਰਾ ਸੰਤ ਨਹੀਂ ਹੋ ਸਕਦਾ। ਹਾਂ ਠੀਕ ਹੈ, ਸੰਤ ਸਰੀਰ ਦਾ ਨਾਮ ਨਹੀਂ ਹੈ, ਸੰਤ ਭੇਖ ਦਾ ਨਾਮ ਨਹੀਂ ਹੈ, ਸੰਤ ਇੱਕ ਅਵਸਥਾ ਦਾ ਨਾਮ ਹੈ ਜਿਹੜੀ ਗੁਰੂ ਰਾਹੀਂ ਜੀਵਨ ਵਿੱਚ ਵਰਤ ਜਾਂਦੀ ਹੈ। ਜਿੱਥੇ ਇੰਦਰੀਆਂ ਨੂੰ ਜੋ ਜਿੱਤਣ ਵਾਲਾ ਹੈ, ਵਾਸ਼ਨਾਵਾਂ ਨੂੰ ਜੋ ਕਾਬੂ ਕਰਨ ਵਾਲਾ ਹੈ, ਉਹ ਸਾਧ ਹੈ, ਉਹ ਸੰਤ ਹੈ। ਤੋ ਮੇਰੇ ਸਾਹਿਬ ਨੇ ਕਿਹਾ ਹੈ ਇਹ ਸੇਵਾ ਦਾ ਵੇਲਾ ਹੈ। ਤੇ ਭਾਈ ਸਾਹਿਬ ਜੀ ਗਾ ਰਹੇ ਸਨ, ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ। ਉਹਨੇ ਭਾਈ ਸਾਹਿਬ ਜੀ ਸ਼ਬਦ ਗਾ ਕੇ ਗਏ ਨੇ। ਗੁਰਮੁਖੋ, ਸੇਵਾ ਦਾ ਵੇਲਾ ਹੈ, ਵਾਹਿਗੁਰੂ ਦੀ ਸੇਵਾ ਕੀਤੀ ਜਾਏ, ਟਹਿਲ ਕੀਤੀ ਜਾਏ। ਤੇ ਰੱਬ ਦੀ ਟਹਿਲ ਕਿਸ ਰੂਪ ਦੀ ਹੈ? ਰੱਬੀ ਯਾਦ ਨਾਲ ਜੁੜਨਾ।
ਪਰਮਾਤਮਾ ਦੀ ਸੇਵਾ, ਰੱਬ ਨੂੰ ਆਪਾਂ ਦੁੱਧ ਨਹੀਂ ਪਿਆ ਸਕਦੇ, ਪਰਮਾਤਮਾ ਨੂੰ ਆਪਾਂ ਪਾਣੀ ਕੀ ਪਿਆਵਾਂਗੇ, ਉਹਨੇ ਤੇ ਸਾਡੇ ਵਾਸਤੇ ਪ੍ਰਬੰਧ ਕੀਤਾ ਚੀਜ਼ਾਂ ਦਾ। ਇਸ ਵਾਸਤੇ ਵਾਹਿਗੁਰੂ ਦੀ ਸੇਵਾ ਹੈ ਉਹਦੀ ਯਾਦ ਵਿੱਚ ਜੁੜ ਜਾਣਾ, ਉਹਦੇ ਭਾਣੇ 'ਚ ਜੀਵਨ ਲੀਨ ਕਰ ਦੇਣਾ। ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ। ਵਾਹਿਗੁਰੂ ਦੇ ਨਾਮ ਨਾਲ ਜੁੜ ਜਾਣਾ, ਸਮਝ ਲਓ ਮਾਲਕ ਵਾਹਿਗੁਰੂ ਦੀ ਸੇਵਾ ਨਾਲ ਜੀਵਨ ਜੁੜ ਗਿਆ। ਦੂਸਰਾ ਹੈ ਗੁਰੂ ਦੀ ਸੇਵਾ। ਗੁਰੂ ਦੀ ਸੇਵਾ ਸਿੱਖ ਹਰੇਕ ਰੂਪ ਦੀ ਕਰਦਾ ਹੈ, ਤੇ ਗੁਰੂ ਦੀ ਸੇਵਾ ਹੈ ਗੁਰੂ ਕੀ ਸਿੱਖਿਆ ਨੂੰ ਜੀਵਨ 'ਚ ਕਬੂਲ ਕਰ ਲੈਣਾ। ਗੁਰੂ ਦੀ ਸੇਵਾ ਹੈ ਸਿੱਖ 20 ਵਿਸਵੇ ਗੁਰ ਕਾ ਮਨ ਮਾਨੈ। 20 ਵਿਸਵੇ ਦਾ ਅਰਥ ਹੁੰਦਾ ਪੂਰਨ ਤੌਰ ਤੇ, ਪੂਰਨ ਤੌਰ ਤੇ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਬੂਲ ਕਰ ਲੈਣਾ। ਜੋ ਗੁਰ ਕਹੈ ਸੋਈ ਭਲ ਮਾਨੋ, ਪੂਰਨ ਤੌਰ ਤੇ ਮੰਨ ਲਿਆ ਨਾ। ਤੋ ਮੇਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਗੁਰੂ ਦੀ ਸੇਵਾ, ਗੁਰੂ ਕਾ ਬਚਨ ਮੰਨਣਾ, ਗੁਰੂ ਕੀ ਬਾਣੀ ਅਨੁਸਾਰ ਜੀਵਨ ਜੀਣਾ, ਇਹ ਹੈ ਗੁਰੂ ਦੀ ਸੇਵਾ। ਤੇ ਸਿੱਖ ਸਮਰਪਿਤ ਹੁੰਦਾ ਹੈ। ਠੀਕ ਹੈ ਕਿ ਗੁਰੂ ਦੀ ਸੇਵਾ ਸੰਭਾਲ ਹੈ, ਸਿੱਖ ਦੀ ਸ਼ਰਧਾ, ਸਿੱਖ ਦਾ ਭਾਵ ਹੋਏ ਗੁਰੂ ਦੇ ਪ੍ਰਤੀ, ਬਾਣੀ ਦੇ ਪ੍ਰਤੀ, ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ, ਗੁਰੂ ਕੀਆਂ ਬਾਣੀ ਦੀਆਂ ਪੋਥੀਆਂ ਦੇ ਪ੍ਰਤੀ ਉਹ ਅਦਬ ਭਾਵ ਹੋਏ ਸਿੱਖ ਦੇ ਅੰਦਰ। ਜਿੱਥੇ ਮੇਰੇ ਸਾਹਿਬ ਨੇ ਬਚਨ ਕਿਹਾ, ਸਤਿਗੁਰੂ ਕੋਲੋਂ ਪੁੱਛਿਆ ਸੀ, ਸਤਿਗੁਰੂ ਤੁਹਾਡੀ ਨਜ਼ਰ 'ਚ ਸਿੱਖ ਕੌਣ ਹੈ, ਸਿੱਖ ਨਹੀਂ? ਤੇ ਬੜਾ ਪਿਆਰਾ ਜਵਾਬ ਦਿੱਤਾ ਮੇਰੇ ਸਾਹਿਬ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ, ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ, ਜਿਨ ਭੈ ਅਤਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਗੁਰਮੁਖ ਪਿਆਰਿਓ, ਸਾਂਝ ਹੈ ਗੁਰੂ ਨਾਲ ਸਾਡੀ ਕਿਹਦੇ ਕਰਕੇ? ਬਾਣੀ ਕਰਕੇ। ਇਹ ਸਾਂਝ ਸਿੱਖਿਆ ਦੀ ਹੈ, ਗੁਰੂ ਦੀ ਸਾਂਝ, ਸਿੱਖ ਦੀ ਸਾਂਝ ਵਿਚਾਰ ਦੀ ਹੈ। ਇਹ ਸਾਂਝ ਇਸੇ ਰੂਪ ਦੀ ਹੈ। ਤੇ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਸੀ, ਜੇ ਇਹਦੇ ਅੰਦਰ ਸ਼ਬਦ ਦਾ ਅਦਬ ਨਹੀਂ ਹੈ, ਸਿੱਖ ਦੇ ਅੰਦਰ ਬਾਣੀ ਦਾ, ਫਿਰ ਮੇਰੇ ਨਾਲ ਕੀ ਵਾਸਤਾ ਰਹਿ ਗਿਆ? ਤੋ ਗੁਰਮੁਖ ਪਿਆਰਿਓ, ਗੁਰੂ ਦਾ ਅਦਬ ਸਿੱਖ ਦੇ ਜੀਵਨ 'ਚ ਹੋਏ, ਸੇਵਾ ਸੰਭਾਲ ਹੋਏ, ਨਾ ਹੋਏ ਘਰ 'ਚ ਪੋਥੀਆਂ ਹੋਣ ਪਰ ਕਦੇ ਆਪਾਂ ਖੋਲ੍ਹ ਕੇ ਪ੍ਰਕਾਸ਼ ਹੀ ਨਾ ਕਰੀਏ। ਇਹ ਵੀ ਸੱਚ ਜਾਣਿਓ, ਜਿੱਥੇ ਆਪਾਂ ਬੇਅਦਬੀ ਦੀ ਗੱਲ ਕਰਦੇ ਹਾਂ, ਇਹ ਵੀ ਇੱਕ ਬੇਅਦਬੀ ਹੈ। ਗੁਰੂ ਦਾ ਬਚਨ ਨਹੀਂ ਮੰਨਣਾ, ਮਾਂ ਪਿਓ ਦਾ ਕਹਿਣਾ ਨਹੀਂ ਮੰਨਦਾ। ਕੀ ਹੈ? ਮਾਂ ਪਿਓ ਦੀ ਇਨਸਲਟ ਕਰ ਰਿਹਾ ਨਾ ਬੱਚਾ। ਇਹ ਵੀ ਤੇ ਬੇਅਦਬੀ ਹੈ ਨਾ ਮਾਂ ਪਿਓ ਦੀ। ਗੁਰੂ ਜੋ ਕਹਿ ਰਿਹਾ ਸਿੱਖ ਨਹੀਂ ਮੰਨ ਰਿਹਾ, ਕੀ ਕਰ ਰਿਹਾ? ਬੇਅਦਬੀ ਕਰ ਰਿਹਾ ਨਾ ਗੁਰੂ ਦੀ। ਫਿਰ ਜੇ ਕਬੂਲ ਨਹੀਂ ਕੀਤਾ ਉਹਨੂੰ ਉਸ ਰੂਪ ਦੇ ਅੰਦਰ। ਤੋ ਮੇਰੇ ਗੁਰਦੇਵ ਨੇ ਕਿਹਾ ਇਹ ਸੇਵਾ ਹੈ ਗੁਰੂ ਦੀ। ਤੀਸਰੀ ਸੇਵਾ ਹੈ ਗੁਰਸਿੱਖਾਂ ਦੀ ਸੇਵਾ। ਪੰਜ ਬਾਰ ਗੰਗ ਜਾਏ, ਬਾਰ ਪੰਜ ਪਰਾਗ ਨਹਾਏ, ਤੈਸਾ ਪੁੰਨ ਇੱਕ ਸਿੱਖ ਕੋ ਨਿਭਾਏਗਾ। ਸਿੱਖ ਕੋ ਪਿਲਾਏ ਪਾਣੀ, ਭਾਉ ਕਰ ਕੁਲ ਖੇਤ, ਅਸਮੇਧ ਜਗ ਫਲ ਸਿੱਖ ਕੋ ਜਿਵਾਏਗਾ। ਪੜ੍ਹੋ ਭਾਈ ਗੁਰਦਾਸ ਜੀ ਦੇ ਬੋਲ। ਕਿੱਡਾ ਮਹਾਤਮ ਹੈ ਗੁਰਸਿੱਖਾਂ ਦੀ ਸੇਵਾ ਦਾ। ਕਿਸੇ ਨੇ ਅਸਮੇਧ ਜਗ ਕੀਤਾ, ਗੁਰੂ ਕੇ ਪਿਆਰੇ ਨੇ ਗੁਰੂ ਕੇ ਸਿੱਖ ਦੀ ਸੇਵਾ ਕੀਤੀ, ਲਾਹਾ ਮਿਲ ਗਿਆ। ਕਿਸੇ ਨੇ 100 ਮੰਦਰ ਸੋਨੇ ਦੇ ਬਣਾ ਤੇ, ਜੈਸੇ ਸ਼ਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਸਿੱਖ ਨੂੰ ਸ਼ਬਦ ਨਾਲ ਜੋੜਦਾ ਹੈ, ਸਮਝ ਲਓ ਉਹਨੂੰ ਲਾਹਾ ਕਿਤਨਾ ਜੀਵਨ ਦਾ ਪ੍ਰਾਪਤ ਹੋ ਗਿਆ। ਇਹ ਹੈ ਗੁਰਸਿੱਖਾਂ ਦੀ ਸੇਵਾ, ਜਿਹੜੀ ਗੁਰੂਆਂ ਨੇ ਵੀ ਕੀਤੀ ਹੈ। ਉਹ ਸੰਗਤ ਪੁੱਛਦੀ ਸੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਕਿੱਡੀ ਦੂਰੋਂ ਅਸੀਂ ਆਏ ਹਾਂ, ਕਾਬਲ ਤੋਂ ਚੱਲ ਕੇ ਆਏ ਹਾਂ, ਰਬਾਬੀਆਂ ਦਾ ਕੀਰਤਨ ਅਸੀਂ ਸਰਵਣ ਕੀਤਾ ਹੈ, ਪਰ ਇਹਨਾਂ ਨੇਤਰਾਂ ਦੇ ਨਾਲ ਅਜੇ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਏ। ਪੁੱਛਿਆ ਨਾ ਜਦੋਂ, ਤੋ ਬਾਬਾ ਬੁੱਢਾ ਜੀ ਨੇ ਕਿਹਾ ਤੁਹਾਨੂੰ ਹੋਏ ਨੇ ਦਰਸ਼ਨ? ਨਹੀਂ, ਸਾਨੂੰ ਗੁਰੂ ਦੇ ਦਰਸ਼ਨ ਨਹੀਂ ਅਜੇ ਹੋਏ। ਬਾਬਾ ਬੁੱਢਾ ਜੀ ਕਹਿਣ ਲੱਗੇ, ਠੀਕ ਹੈ, ਕੋਈ ਨਹੀਂ, ਜਿੱਥੇ ਜੋੜੇ ਤੁਸੀਂ ਦੇਖ ਕੇ ਆਏ ਹੋ ਨਾ, ਜਦੋਂ ਜਾ ਕੇ ਜਿਹਦੇ ਕੋਲੋਂ ਜੋੜੇ ਲਓਗੇ ਨਾ, ਉਹ ਜੋੜੇ ਲੈਣ ਵਾਲਾ, ਰੱਖਣ ਵਾਲਾ, ਸੰਭਾਲਣ ਵਾਲਾ, ਝਾੜਨ ਵਾਲਾ ਧੰਨ ਗੁਰੂ ਅਰਜੁਨ ਦੇਵ ਜੀ।
ਕਿੱਥੇ ਬੈਠਦਾ ਹੈ ਗੁਰੂ? ਇਤਿਹਾਸ ਦੱਸਦਾ ਹੈ, ਇਹ ਇਕੱਲਾ ਗੁਰੂ ਨੇ ਆਖਿਆ ਨਹੀਂ ਹੈ, ਮੇਰੇ ਸਾਹਿਬ ਨੇ ਜੀਵਨ ਵਿੱਚ ਕਮਾਇਆ ਵੀ ਹੈ ਇਸ। ਕਿੱਥੇ ਉਹ ਗੁਰਦੁਆਰਾ ਪਿਪਲੀ ਸਾਹਿਬ, ਧੰਨ ਗੁਰੂ ਅਰਜੁਨ ਦੇਵ ਸਾਹਿਬ, ਮਾਤਾ ਗੰਗਾ ਜੀ, ਦੂਰੋਂ ਆਈ ਹੋਈ ਸੰਗਤ ਦਾ ਭਾਰ, ਉਹਨਾਂ ਦੀਆਂ ਪੰਡਾਂ, ਉਹਨਾਂ ਦੇ ਵਸਤਰ ਲਿਆਉਂਦੇ ਨੇ, ਧੋਂਦੇ ਨੇ। ਇਹ ਹੈ ਗੁਰਮੁਖ ਪਿਆਰੇ ਸਤਸੰਗੀ ਜਨਾਂ ਦੀ ਸੇਵਾ ਕਰਨੀ। ਇਹ ਤੀਸਰੀ ਸੇਵਾ ਹੈ ਸਿੱਖ ਵਾਸਤੇ। ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦਿੱਤੀ। ਤਾਂ ਗੁਰਮੁਖ ਪਿਆਰਿਓ, ਇਹ ਸੇਵਾ ਸਿੱਖ ਦੇ ਜੀਵਨ ਦੇ ਵਿੱਚ ਹੈ ਤੇ ਰਹਿਣੀ ਚਾਹੀਦੀ ਹੈ। ਜੇ ਗੁਰੂ ਨਾਲ ਪਿਆਰ ਹੈ, ਗੁਰੂ ਦੇ ਸਿੱਖ ਨਾਲ ਵੀ ਪਿਆਰ ਬਣਨਾ ਚਾਹੀਦਾ ਹੈ। ਆਪਾਂ ਸਾਖੀ ਸ਼ਾਇਦ ਪਹਿਲਾਂ ਸਾਂਝੀ ਕੀਤੀ ਹੈ। ਅੱਜ ਕੁਝ ਸੰਗਤ ਆਈ, ਲਗਭਗ ਦੀਵਾਨ ਸਮਾਪਤ ਹੋ ਚੁੱਕਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਵਿਸ਼ਰਾਮ ਤੇ ਜਾ ਰਹੇ ਨੇ। ਬਹੁਤ ਦੂਰੋਂ ਯੋਧੇ ਆਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੇ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੇ, ਸਾਹਿਬ ਕਹਿੰਦੇ ਕੋਈ ਨਹੀਂ, ਬਾਕੀ ਵਿਚਾਰਾਂ ਸਵੇਰੇ ਕਰਾਂਗੇ, ਤੁਸੀਂ ਲੰਗਰ ਛਕ ਕੇ ਵਿਸ਼ਰਾਮ ਕਰ ਲਓ। ਜਦੋਂ ਲੰਗਰ 'ਚ ਗਏ ਤਾਂ ਸੇਵਾਦਾਰ ਲਾਂਗਰੀ ਸਿੰਘ ਦੇਗਾਂ ਧੋ ਰਹੇ ਨੇ। ਸਭ ਕੁਝ ਸੰਪੂਰਨ ਹੋ ਚੁੱਕਾ ਹੈ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ, ਸਾਹਿਬ ਕੋਲੋਂ ਆਗਿਆ ਲੈਣ ਆਏ। ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਲੰਗਰ ਬੰਦ ਹੋ ਗਿਆ, ਫਿਰ ਕੀ ਹੈ, ਬੀਬੀ ਵੀਰੋ ਦਾ ਆਨੰਦ ਕਾਰਜ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਧੀ। ਮੇਰੇ ਗੁਰਦੇਵ ਕਹਿਣ ਲੱਗੇ, ਉਹ ਸਾਹਮਣੇ ਹਲਵਾਈ ਲੱਗੇ ਨੇ, ਉੱਥੋਂ ਮਠਿਆਈਆਂ ਛਕ ਲਓ। ਜਦੋਂ ਉੱਥੇ ਗੁਰੂ ਕੇ ਸਿੱਖ ਗਏ, ਉੱਥੇ ਮਾਤਾ ਦਮੋਦਰੀ ਸੋਟੀ ਲੈ ਕੇ ਬੈਠੇ ਹੋਏ, ਹਲਵਾਈ ਲੱਗੇ ਨੇ, ਬਰਾਤੀਆਂ ਵਾਸਤੇ ਮਠਿਆਈਆਂ ਨਿਕਲ ਰਹੀਆਂ ਨੇ। ਮਾਤਾ ਦਮੋਦਰੀ ਜੀ ਉੱਥੇ ਬੈਠੇ ਨੇ, ਸਿੱਖ ਗਏ ਤੇ ਮਾਤਾ ਦਮੋਦਰੀ ਕਹਿਣ ਲੱਗੇ, ਹਲਵਾਈਆਂ ਦੀ ਮਠਿਆਈ ਹੈ, ਤੁਹਾਡੇ ਵਾਸਤੇ ਨਹੀਂ, ਬਰਾਤੀਆਂ ਵਾਸਤੇ ਹੈ, ਇਹ ਤੁਹਾਡੇ ਵਾਸਤੇ ਥੋੜ੍ਹਾ ਹੈ। ਸਿੱਖ ਆਏ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ। ਸਾਹਿਬ ਕਹਿੰਦੇ, ਦਮੋਦਰੀ, ਜੇ ਸਿੱਖਾਂ ਨੇ ਨਹੀਂ ਨਾ ਖਾਧੀ, ਜਾਂ ਫਿਰ ਬਰਾਤੀ ਵੀ ਨਹੀਂ ਖਾਣਗੇ। ਮੇਰੇ ਗੁਰਦੇਵ ਦੇ ਬੋਲ ਸਨ ਤੇ ਹਕੀਕਤ ਹੈ, ਇਤਿਹਾਸ ਗਵਾਹੀ ਭਰਦਾ। ਬੀਬੀ ਵੀਰੋ ਦਾ ਆਨੰਦ ਕਾਰਜ ਝਬਾਲ ਦੀ ਧਰਤੀ ਤੇ ਹੋਇਆ ਸੀ, ਭਾਈ ਲੰਗਾ ਹੋਣਾ ਦੇ ਸਥਾਨ ਤੇ। ਕਿਉਂਕਿ ਮੁਖਲਿਸ ਖਾਨ ਜਿਹੜਾ ਲਾਹੌਰ ਦਾ ਹਾਕਮ ਸੀ, ਉਹਨੇ ਹਮਲਾ ਕੀਤਾ ਤੇ ਮਿਠਾਈਆਂ ਵਾਕਈ ਬਰਾਤੀ ਨਹੀਂ ਸੀ ਖਾ ਸਕੇ। ਮੇਰੇ ਗੁਰਦੇਵ ਕਹਿੰਦੇ, ਜੋ ਮੇਰੇ ਸਿੱਖਾਂ ਵਾਸਤੇ ਨਹੀਂ, ਸਮਝ ਲਓ ਮੇਰੇ ਵਾਸਤੇ ਵੀ ਨਹੀਂ। ਕਿੰਨੀ ਮਹਾਨਤਾ ਹੈ, ਕਿੰਨੀ ਵਡਿਆਈ ਹੈ। ਸਾਹਿਬ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਤੇ ਚੌਥੀ ਸੇਵਾ ਹੈ ਮਨੁੱਖਤਾ ਦੀ ਸੇਵਾ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਾਹ ਬੈਸਣ ਪਾਈਐ। ਮਨੁੱਖਤਾ ਦੀ ਸੇਵਾ ਹੈ। ਫਰੀਦਾ ਖਾਲਕ ਖਲਕ ਵਸੈ ਰਬ ਮਾਹੇ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੀ। ਗੁਰਮੁਖੋਏ, ਇਹ 4 ਪ੍ਰਕਾਰ ਦੀ ਸੇਵਾ ਹੈ ਮਨੁੱਖੀ ਜੀਵਨ 'ਚ ਸਿੱਖ ਨੇ ਨਿਭਾਉਣੀ ਹੈ ਆਪਣੇ ਜੀਵਨ ਦੇ ਅੰਦਰ। ਮੇਰੇ ਗੁਰਦੇਵ ਕਹਿੰਦੇ, ਜੀਵਨ ਵਿਅਰਥ ਨਾ ਚਲਾ ਜਾਏ। ਮੇਰੀ ਬੇਨਤੀ ਹੈ, ਕਰੋ ਬੇਨੰਤੀ, ਸੁਣੋ ਮੇਰੇ ਮੀਤਾ। ਵੈਸੇ ਮੀਤਾ ਸ਼ਬਦ ਇੱਥੇ ਮਨ ਨੂੰ ਸੰਬੋਧਨ ਕੀਤਾ, ਜੇ ਆਪਾਂ ਗਹਿਰੇ ਅਰਥ ਵੇਖਦੇ ਹਾਂ, ਕਿਉਂਕਿ ਰਹਾਉ ਦੇ ਬੰਦ ਵਿੱਚ ਸਾਹਿਬ ਨੇ ਮਨ ਨੂੰ ਸੰਬੋਧਨ ਕੀਤਾ। ਇਹ ਮੇਰੇ ਮਨ, ਤੂੰ ਜੁੜਨਾ ਕਰੀ, ਸੰਤ ਟਹਿਲ ਕੀ ਬੇਲਾ, ਇਸ ਵੇਲਾ ਹੈ ਸੰਤ ਟਹਿਲ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇੱਥੇ ਲਾਹਾ ਪ੍ਰਾਪਤ ਕਰ ਤੇ ਸੱਚ ਜਾਣਿਓ, ਭਾਵੇਂ ਵੇਖਿਆ ਨਹੀਂ ਆਪਾਂ ਉਹ ਥਾਂ। ਕੋਈ ਚੀਜ਼ਾਂ ਦੀ ਵਿਆਖਿਆ ਵਾਸਤੇ ਸਾਡੇ ਕੋਲ ਸ਼ਬਦਾਵਲੀ ਹੈ ਨਹੀਂ ਹੈ, ਪਰ ਸਾਹਿਬ ਦੇ, ਕਿਉਂਕਿ ਗੁਰੂ ਤੇ ਵਿਸ਼ਵਾਸ ਹੈ ਨਾ ਸਾਨੂੰ। ਜਿੱਥੇ ਬਾਣੀ 'ਚ ਐਸੇ ਸ਼ਬਦ ਆਉਂਦੇ ਨੇ, ਠੀਕ ਹੈ, ਉਹਦੀ ਕਲਪਨਾ ਆਪਾਂ ਕੇਸ ਰੂਪ ਦੇ ਵਿੱਚ ਕਰ ਲਈਏ, ਪਰ ਇਹ ਸ਼ਬਦ ਇਸ਼ਾਰਾ ਕਰਦੇ ਨੇ ਵੀ ਨਹੀਂ, ਇਹ ਨਾ ਯਾਦ ਰੱਖੀ ਜੰਮ ਕੇ ਮਰ ਗਏ ਹਾਂ ਤੇ ਜ਼ਿੰਦਗੀ ਸਮਾਪਤ ਹੋ ਜਾਏਗੀ। ਕੁਝ ਵਰਤੇਗਾ ਜ਼ਰੂਰ। ਜਿੱਥੇ ਸਾਹਿਬ ਨੇ ਐਸੇ ਸ਼ਬਦ ਵਰਤੇ ਨੇ, ਉਹ ਅਣਡਿੱਠੀ ਦੁਨੀਆ ਜਿਹਨੂੰ ਆਪਾਂ ਕਹਿ ਲਈਏ, ਠੀਕ ਹੈ, ਗਏ ਨਹੀਂ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਕੱਚ ਪਕਾਈ ਓਥੈ ਪਾਏ ਨਾਨਕ, ਗਿਆ ਜਾਪੈ ਜਾਏ।
ਜਾਵਾਂਗੇ ਪਤਾ ਲੱਗੇਗਾ, ਕਿਉਂਕਿ ਜਾ ਕੇ ਹੀ ਪਤਾ ਲੱਗੇਗਾ। ਤੇ ਜਿਹੜੇ ਗਏ ਨੇ ਉਹ ਕੋਈ ਮੁੜ ਕੇ ਆ ਕੇ ਦੱਸਦਾ ਨਹੀਂ, ਕੋਈ ਮਰ ਕੇ ਦੱਸਦਾ ਹੋਏ ਆ ਕੇ ਵੀ ਠੀਕ ਹੈ। ਤਾਂ ਗੁਰਮੁਖੋ, ਇਸ ਵਾਸਤੇ ਜਦੋਂ ਆਪ ਜਾਵਾਂਗੇ, ਸਾਹਿਬ ਕਹਿੰਦੇ ਜ਼ਰੂਰ ਪਤਾ ਲੱਗੇਗਾ। ਤੇ ਗੁਰੂ ਨੇ ਇਸ਼ਾਰਾ ਦਿੱਤਾ, ਭਾਈ ਆ ਜਿਹੜਾ ਤੇਰੇ ਕੋਲ ਵਕਤ ਹੈ, ਜੇ ਤੂੰ ਆਪਣਾ ਇਹ ਵਰਤਮਾਨ ਸਵਾਰਦਾ ਹੈ, ਯਾਦ ਰੱਖੀ ਤੇਰਾ ਆਉਣ ਵਾਲਿਆ ਵੀ ਸਵਾਰਿਆ ਜਾਏਗਾ, ਜ਼ਰੂਰ ਸਵਾਰਿਆ ਜਾ ਸਕਦਾ ਹੈ। ਗੁਰਮੁਖ ਪਿਆਰਿਓ, ਜਿਹਦਾ ਵਰਤਮਾਨ ਦਾ ਕਰਮ ਚੰਗਾ ਹੋਏ, ਉਹਨੂੰ ਆਉਣ ਵਾਲੇ ਦੀ ਚਿੰਤਾ ਦੀ ਲੋੜ ਨਹੀਂ ਹੋਇਆ ਕਰਦੀ। ਜਿਹਦਾ ਕਿਰਿਆਮਾਨ ਚੰਗਾ ਹੈ, ਉਹਦੀ ਪ੍ਰਾਰਲਬਧ ਚੰਗੀ ਜ਼ਰੂਰ ਹੋਏਗੀ। ਤੇ ਮੇਰੇ ਗੁਰਦੇਵ ਕਹਿੰਦੇ ਇਸ ਵਾਸਤੇ ਆਹ ਤੇਰਾ ਕਿਰਿਆਮਾਨ ਹੈ ਜੋ ਆਪਾਂ ਹੁਣ ਕਰ ਰਹੇ ਹਾਂ, ਵਰਤ ਰਹੇ ਹਾਂ, ਇਹਦੇ 'ਚ ਉਹ ਕੁਝ ਸਾਡੇ ਕੋਲ ਹੋਏ, ਸਾਡਾ ਆਉਣ ਵਾਲਾ ਉਹ ਲੋਕ, ਆਉਣ ਵਾਲਾ ਉਹ ਸਮਾਂ ਸੁਹੇਲਾ ਹੋ ਸਕੇ। ਤਾਂ ਆਗੇ ਵਸਨ ਸੁਹੇਲਾ, ਗੁਰਦੇਵ ਕਹਿੰਦੇ ਅੱਗੇ ਵਸਣਾ ਸੌਖਾ ਹੋ ਜਾਏ। ਔਦ ਘਟੈ ਦਿਨਸ ਰਹਿਣਾ ਰਹੇ, ਹਰੇਕ ਦਿਨ ਹਰੇਕ ਰਾਤ ਸਾਡੀ ਔਦ ਘਟਦੀ ਹੈ। ਆਪਾਂ ਸਮਝਦੇ ਹਾਂ ਸ਼ਾਇਦ ਜਨਮ ਹੋਇਆ, ਜੀਵਨ ਦੀ ਯਾਤਰਾ ਸ਼ੁਰੂ ਹੋ ਗਈ, ਪਰ ਇਹ ਵੀ ਹਕੀਕਤ ਹੈ, ਜਨਮ ਹੋਇਆ ਨਾਲ ਮਰਨ ਦੀ ਕਲਾ ਵੀ ਸ਼ੁਰੂ ਹੋ ਜਾਂਦੀ ਹੈ। ਰੋਜ਼ ਕੁਝ ਨਾ ਕੁਝ ਘਟਦਾ ਹੈ ਜੀਵਨ ਦੇ ਵਿੱਚੋਂ। ਤੇ ਕਿੰਨੀ ਬੇਸਮਝੀ ਹੋਏਗੀ, ਬਾਣੀ 'ਚ ਵਚਨ ਆਉਂਦਾ ਇੱਕ ਬੜਾ ਪਿਆਰਾ, ਸਾਹਿਬ ਕਹਿੰਦੇ ਅਨ ਦਿਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮੈਂ ਖਾਹੇ ਮਿਠਾਈ। ਉਦਾਹਰਣ ਬੜੀ ਪਿਆਰੀ ਸਾਹਿਬ ਨੇ ਦਿੱਤੀ। ਕੋਈ ਮਨੁੱਖ ਹੈ, ਇੱਕ ਰੁੱਖ ਹੈ ਖੂਹ ਦੇ ਕਿਨਾਰੇ 'ਤੇ, ਰੁੱਖ ਨੂੰ ਇੱਕ ਰੱਸੀ ਵੱਜੀ ਹੋਈ ਹੈ, ਥੱਲੇ ਪਾਣੀ ਹੈ, ਰੁੱਖ ਦੇ ਉੱਤੇ ਸ਼ਹਿਦ ਲੱਗਾ ਹੋਇਆ ਹੈ। ਕੋਈ ਮਨੁੱਖ ਪਾਣੀ ਪੀਣ ਵਾਸਤੇ ਖੂਹ ਦੇ ਥੱਲੇ ਉਤਰਿਆ, ਰੱਸੀ ਦਾ ਸਹਾਰਾ ਲੈ ਕੇ। ਜਦੋਂ ਥੱਲੇ ਜਾ ਕੇ ਉਹ ਤਾਂ ਧਿਆਨ ਮਾਰਿਆ, ਉਹਦੇ ਮੂੰਹ ਤੇ 2-4 ਤੁਪਕੇ ਸ਼ਹਿਦ ਦੇ ਡਿੱਗਦੇ ਨੇ। ਉਹ ਖਾਣ 'ਚ ਮਸਤ ਹੋ ਗਿਆ। ਪਾਣੀ ਪੀਣ ਆਇਆ ਸੀ, ਆਪਣਾ ਮਨੋਰਥ ਭੁੱਲ ਗਿਆ। ਤੇ ਇੱਕ ਚੂਹਾ ਹੈ ਜਿਹੜਾ ਉਸ ਰੱਸੀ ਨੂੰ ਟੁੱਕਦਾ ਪਿਆ ਹੈ। ਬਸ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੀ ਖੇਡ ਹੈ। ਸੰਸਾਰ ਦੇ ਇਸ ਖੂਹ 'ਚ ਆਏ ਆ ਨਾਮ ਰੂਪੀ ਪਦਾਰਥ ਜਲ ਲੈਣ ਵਾਸਤੇ। ਵਿਸ਼ੇ ਵਿਕਾਰਾਂ ਦੇ ਰਸ ਵਿੱਚ ਇੰਨੇ ਕੁ ਮਗਨ ਹੋ ਗਏ, ਕਦੋਂ ਚੂਹੇ ਨੇ ਸਵਾਸਾਂ ਦੀ ਰੱਸੀ ਟੁੱਕ ਦਿੱਤੀ ਪਤਾ ਹੀ ਨਹੀਂ ਲੱਗਾ, ਬੰਦੇ ਸਮਝ ਹੀ ਨਹੀਂ ਆਈ। ਗਿਰਤ ਕੂਪ ਮੈਂ ਖਾਹੇ ਮਿਠਾਈ, ਸੋਚਤ ਸਾਚਤ ਰੈਣ ਬਿਹਾਨੀ। ਅਨਿਕ ਰੰਗ ਮਾਇਆ ਕੇ ਚਿਤਵਤ, ਕਬਹੂ ਨਾ ਸਿਮਰੈ ਸਾਰੰਗ ਬਾਨੀ। ਗਿਰਤ ਕੂਪ ਮੈਂ ਖਾਹੇ ਮਿਠਾਈ। ਬਸ ਇਸੇ ਤਰ੍ਹਾਂ ਜਿਵੇਂ ਉਹ ਮਿੱਠੇ 'ਚ ਮਸਤ ਹੋਇਆ ਨਾ ਮਨੁੱਖ ਡਿੱਗਾ ਹੋਇਆ, ਚੂਹਾ ਰੋਜ਼ ਰੱਸੀ ਟੁੱਕਦਾ, ਸਮਝ ਨਹੀਂ ਆਉਂਦੀ। ਇਹ ਹਾਲ ਸਾਡੇ ਜੀਵਨ ਦਾ ਹੈ। ਸੋਚਤ ਸਾਚਤ ਰਹਿਣ ਬਿਹਾਣੀ, ਕੋਈ ਨਹੀਂ ਚਲੇ ਹੀ ਜਾਣਾ ਹੈ, ਕੋਈ ਨਹੀਂ ਪਾੜੀ ਲਵਾਂਗੇ ਬਾਣੀ, ਕੋਈ ਨਹੀਂ ਬਾਣੀ ਜਾਵਾਂਗੇ ਧਰਮੀ। ਅਨੇਕ ਰੰਗ ਮਾਇਆ ਕੇ ਚਿਤਵਤ, ਮਾਇਆ ਦੇ ਰੰਗ ਚਿਤਵਦਿਆਂ ਚਿਤਵਦਿਆਂ ਕਬਹੂ ਨਾ ਸਿਮਰੈ ਸਾਰੰਗ ਪਾਣੀ। ਤੋ ਮੇਰੇ ਗੁਰਦੇਵ ਕਹਿੰਦੇ ਫਿਰ ਔਦ ਚੱਲ ਰਹੀ ਹੈ, ਬੀਤਦੀ ਪਈ ਹੈ। ਔਦ ਘਟੈ ਦਿਨ ਸਰੈਨਾਰੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇੜਾ। ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਕਿਸੇ ਨੇ ਰੋਜ਼ ਕਹਿਣਾ ਭਾਈ ਤੂੰ ਇਸ ਥਾਂ ਤੇ ਰਹਿਣਾ ਹੈ, ਦਰਿਆ ਪਤਾ ਨਹੀਂ ਕਦੋਂ ਚੜ੍ਹ ਆਏਗਾ, ਤੂੰ ਬੇੜਾ ਕਿਉਂ ਨਹੀਂ ਤਿਆਰ ਕਰਦਾ? ਉਹ ਕਹਿਣ ਲੱਗਾ ਜੇ ਕਿਹੜਾ ਦਰਿਆ ਚੜ੍ਹ ਕੇ ਆਏ, ਬੜਾ ਵਕਤ ਪਿਆ ਹੈ, ਕਦੋਂ ਸਾਉਣ ਆਏਗਾ, ਕਦੋਂ ਭਾਦੋਂ ਆਏਗਾ, ਕਦੋਂ ਦਰਿਆ ਚੜ੍ਹੇਗਾ, ਬਹੁਤ ਦੂਰ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਇੱਕ ਦਿਨ ਦਰਿਆ ਚੜ੍ਹ ਕੇ ਆਇਆ, ਉਹਦੇ ਕੋਲ ਬੇੜਾ ਹੈ ਨਹੀਂ ਸੀ। ਹੁਣ ਦਰਿਆ ਸਭ ਕੁਝ ਰੋੜ ਰਿਹਾ ਤੇ ਬੰਦਾ ਕਹੇ ਵੀ ਮੈਂ ਬੇੜਾ ਤਿਆਰ ਕਰਕੇ ਮੈਂ ਦਰਿਆ ਪਾਰ ਕਰ ਜਾਵਾਂਗਾ, ਇਹ ਸੰਭਵ ਨਹੀਂ ਫਿਰ ਹੋਣਾ। ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇੜਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਇੱਕ ਆਪੀ ਨੇ ਪਤਲੀ ਸ਼ਹਿ ਕੇਰੇ ਬੋਲਾ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਬੜਾ ਮੁਸ਼ਕਲ ਹੈ ਫਿਰ
ਵਿਲਾਪ ਹੋ ਜਾਏ। ਭਾਈ ਹੁਣ ਤੇਰੇ ਕੋਲ ਵੇਲਾ ਹੈ, ਮੇਰੇ ਗੁਰਦੇਵ ਬਖਸ਼ਿਸ਼ ਕਰਦੇ ਨੇ, ਜ਼ਰੂਰ ਸੰਭਲ, ਜ਼ਰੂਰ ਉਹ ਬੁਨਿਆਦੀ ਗੁਣ ਸਾਡੇ ਜੀਵਨ 'ਚੋਂ ਵੈਸਾ ਸੁਭਾਅ ਹੋਏ ਜੋ ਗੁਰੂ ਸਤਿਗੁਰ ਨੇ ਬਾਣੀ 'ਚ ਸਾਨੂੰ ਬਾਰ-ਬਾਰ ਬਖਸ਼ਿਆ। ਪੁੱਛੀਏ ਨਾ ਸਤਿਗੁਰੂ ਸਾਹਿਬ ਜੀ, ਅਸੀਂ ਰੱਬ ਨੂੰ ਮਿਲ ਜਾਣਾ, ਕਿਹੜੇ ਪਾਸੇ ਗੱਡੀ ਸਟਾਰਟ ਕਰਕੇ ਜਾਈਏ? ਸਾਹਿਬ ਜੀ ਅਸੀਂ ਰੱਬ ਨੂੰ ਮਿਲਣਾ, ਉੱਤਰ ਵੱਲ ਜਾਈਏ ਕਿ ਪੱਛਮ ਵੱਲ ਜਾਈਏ ਕਿ ਦੱਖਣ ਵੱਲ ਜਾਈਏ? ਮੇਰੇ ਗੁਰਦੇਵ ਕਹਿੰਦੇ ਨਾ ਸਿੱਖਾ, ਸੱਜਣ ਨਾਲ ਫਿਰ ਕਿਵੇਂ ਮਿਲਾਪ ਹੋਏਗਾ? ਸੱਜਣ ਚੱਲੇ ਪਿਆਰਿਆ ਕਿਉਂ ਮੇਲਾ ਹੋਈ? ਮੈਂ ਆਪਣੇ ਸੱਜਣ ਨੂੰ ਮਿਲਣਾ ਚਾਹੁੰਦੇ, ਕਿਵੇਂ ਮਿਲਾਪ ਹੋਈ? ਸਾਹਿਬ ਕਹਿਣ ਲੱਗੇ ਜੇ ਗੁਣ ਹੋਵੇਂ ਗੰਠੜੀਏ ਮੇਲੇ ਗਸ ਹੋਈ। ਭਾਈ ਲਾਲੋ ਜੀ ਦੇ ਘਰੋਂ ਗੁਰੂ ਨਾਨਕ ਉੱਠ ਕੇ ਜਾਣ ਨੂੰ ਜੀ ਨਹੀਂ ਕਰਦਾ ਮੇਰੇ ਸਾਹਿਬ, ਮਰਦਾਨਿਆਂ ਚੱਲਦੇ ਆ। ਜਦੋਂ ਮੇਰੇ ਸਾਹਿਬ ਤੀਜੀ ਉਦਾਸੀ ਦੇ ਵੇਲੇ ਫਿਰ ਉੱਥੇ ਪਹੁੰਚ ਗਏ। ਦੂਜੇ ਪਾਸੇ ਮਲਕ ਭਾਗੋ ਕਹਿ ਰਿਹਾ ਸੱਚੇ ਪਾਤਸ਼ਾਹ ਪੂੜੀਆਂ ਤਿਆਰ ਹੋ ਗਈਆਂ, ਖੀਰ ਤਿਆਰ ਹੋ ਗਈ, ਕਿੰਨੇ ਆਏ ਨੇ ਖਾਣ ਵਾਸਤੇ ਪੁਜਾਰੀ, ਤੁਸੀਂ ਕਿਉਂ ਨਹੀਂ ਆਉਂਦੇ? ਸਾਹਿਬ ਕਹਿੰਦੇ ਨਹੀਂ। ਇੱਕ ਪਾਸੇ ਵੇਖੋ ਪੁਕਾਰ ਕਰ ਰਿਹਾ ਸਤਿਗੁਰ ਮੇਰੇ ਘਰ ਆ, ਸਤਿਗੁਰ ਨਹੀਂ ਆ ਰਹੇ। ਦੂਜੇ ਪਾਸੇ ਆਪੇ ਜਾ ਕੇ ਦਰਵਾਜ਼ਾ ਖੜਕਾਇਆ ਸੀ, ਲਾਲੋ ਦਰਵਾਜ਼ਾ ਖੋੜ। ਕਿਉਂ? ਗੁਣ ਸੀ ਨਾ, ਜੀਵਨ ਸੀ ਨਾ, ਕਿਰਦਾਰ ਸੀ ਨਾ ਭਾਈ ਲਾਲੋ ਜੀ ਦਾ। ਮੇਰੇ ਗੁਰਦੇਵ ਕਹਿੰਦੇ ਜਦੋਂ ਜੀਵਨ 'ਚ ਉਹ ਗੁਣ, ਉਹ ਕਿਰਦਾਰ, ਉਹ ਸੁਭਾਅ ਵੈਸਾ ਬਣੇਗਾ ਨਾ, ਫਿਰ ਗੁਰੂ ਨੇ ਸਦੀਵੀ ਵਸੇਬਾ ਬਣਾ ਲੈਣਾ। ਮਾਲਕ ਵਾਹਿਗੁਰੂ ਸਦੀਵੀ ਵਸ ਜਾਂਦਾ ਹੈ ਉਸ ਘਰ, ਉਸ ਹਿਰਦੇ, ਉਸ ਜੀਵਨ ਦੇ ਅੰਦਰ। ਜਿਨ੍ਹਾਂ ਨੇ ਐਸੀ ਦਾਤ ਜੀਵਨ ਦੇ ਅੰਦਰ ਪ੍ਰਾਪਤ ਕਰ ਲਈ ਹੈ ਤੋ ਜੀਵਨ ਦੇ ਦਿਨ ਬੜੇ ਥੋੜ੍ਹੇ ਨੇ, ਬਹੁਤੇ ਨਹੀਂ। ਮੇਰੇ ਸਾਹਿਬ ਬਾਣੀ 'ਚ ਭਗਤ ਕਬੀਰ ਜੀ ਕਹਿੰਦੇ ਦੀਵਾ ਬਲਿਆ, ਮੰਨ ਲਓ ਬੰਦੇ ਨੇ ਸ਼ਾਮੀ ਬਾਲਿਆ ਹੋਏ ਦੀਵਾ, ਕਿੰਨਾ ਸਮਾਂ ਬਲੇਗਾ? ਭਗਤ ਜੀ ਨੂੰ ਕਿਹਾ ਭਗਤ ਜੀ ਉਨਾ ਸਮਾਂ ਬਲੇਗਾ ਜਿੰਨਾ ਸਮਾਂ ਤੇਲ ਹੈ, ਤੇ ਸਾਨੂੰ ਪਤਾ ਹੈ ਵੀ ਦੀਵਾ ਬੁੱਝ ਜਾਣਾ ਜਦੋਂ ਤੇਲ ਸੁੱਕ ਗਿਆ। ਭਗਤ ਕਬੀਰ ਜੀ ਕਹਿੰਦੇ ਫੇਰ ਕੀ ਹੁੰਦਾ ਹੈ? ਫਿਰ ਤੇ ਉਹੀ ਹੁੰਦਾ ਜੇ ਦੀਵਾ ਬੁੱਝ ਗਿਆ ਫਿਰ ਘਰ ਕੌਣ ਰੱਖੇਗਾ? ਬਾਹਰ ਸੁੱਟ ਦਿੰਦਾ, ਲੋਕ ਰੂੜੀ ਤੇ ਸੁੱਟ ਦਿੰਦੇ ਨੇ। ਬਸ ਭਗਤ ਕਬੀਰ ਜੀ ਕਹਿੰਦੇ ਇਸੇ ਤਰ੍ਹਾਂ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ, ਰੇ ਬੌਰੇ ਤੋਹੇ ਘਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਭਗਤ ਕਬੀਰ ਜੀ ਕਹਿੰਦੇ ਬਸ ਇਸੇ ਤਰ੍ਹਾਂ ਜਿੰਨਾ ਸਮਾਂ ਸਵਾਸਾਂ ਰੂਪੀ ਤੇਲ ਹੈ, ਠੀਕ ਹੈ ਲੋ ਆ ਰਹੀ ਹੈ, ਸੁਣਦੇ ਹਾਂ, ਵੇਖਦੇ ਹਾਂ, ਸਮਝਦੇ ਹਾਂ, ਹੱਸਦੇ ਹਾਂ, ਰੋਂਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ। ਜਦੋਂ ਸਵਾਸਾਂ ਰੂਪੀ ਤੇਲ ਮੁੱਕ ਗਿਆ ਫਿਰ ਦੀਵਾ ਬਾਹਰ ਸੁੱਟ ਦਿੱਤਾ ਜਾਣਾ। ਫਿਰ ਕੀ ਕੀਤਾ ਜਾਏਗਾ? ਤੇਲ ਜਲੈ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ, ਰੇ ਬੌਰੇ ਤੋਹੇ ਘਰੀ ਨਾ ਰਾਖੈ ਕੋਈ। ਦਸਤੂਰ ਹੈ ਸੰਸਾਰ ਦਾ। ਫਿਰ ਕੀ ਕਰਨਾ ਹੈ? ਦੀਵਾਲੀ ਦੇ ਬੁਝੇ ਦੀਵੇ ਕੌਣ ਰੱਖਦਾ ਹੈ ਘਰਾਂ ਦੇ ਅੰਦਰ? ਕੋਈ ਵੀ ਨਹੀਂ ਰੱਖਦਾ। ਮੇਰੇ ਗੁਰਦੇਵ ਕਹਿੰਦੇ ਇਸੇ ਤਰ੍ਹਾਂ ਜਿੰਨਾ ਸਮਾਂ ਇਹ ਸਵਾਸ ਹੈ, ਇਹ ਜੀਵਨ ਹੈ, ਵਾਹਿਗੁਰੂ ਅਕਾਲ ਪੁਰਖ ਨੇ ਇਹ ਆਰਬ ਵਾਲਾ ਬਖਸ਼ੀ ਹੈ, ਉਤਨਾ ਸਮਾਂ ਹੈ ਸਾਡੇ ਕੋਲ। ਅਸੀਂ ਆਪਣੇ ਆਦਰਸ਼ ਨੂੰ ਸਾਹਮਣੇ ਰੱਖ ਕੇ ਉਹਦਾ ਸੰਘਰਸ਼ ਕਰ ਸਕੀਏ, ਉਦਮ ਕਰ ਸਕੀਏ। ਗੁਰੂ ਨੇ ਸਾਨੂੰ ਆਦਰਸ਼ ਦੱਸਿਆ ਭਾਈ ਪ੍ਰਾਪਤ ਮਾਨੁਖ ਦੇਹੁ ਰਿਆ, ਇਹ ਆਦਰਸ਼ ਹੈ ਸਾਡਾ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਭਾਈ, ਹੁਣ ਉਦਮ ਕਰ, ਉਪਰਾਲਾ ਕਰ। ਮਨੁੱਖੀ ਕਲਬੂਤ ਮਿਲਿਆ, ਇਹਦੇ 'ਚ ਉਹਦੇ ਮੌਜੂਦਗੀ, ਉਹਦੀ ਜੋਤ ਦਾ, ਉਹਦੇ ਨਾਮ ਦਾ, ਉਹਦੇ ਅਹਿਸਾਸ ਦਾ ਵੀ ਤੂੰ ਕਦੇ ਤੇ ਆਨੰਦ ਮਾਣਨਾ। ਤੋ ਮੇਰੇ ਗੁਰਦੇਵ ਕਹਿੰਦੇ ਨੇ ਮਨ ਗੁਰ ਮਿਲ ਕਾਜ ਸਵਾਰੇ। ਇਹ ਮਨ ਸੰਬੋਧਨ ਹੈ ਮਨ ਦਾ, ਨੰਨਾ ਮੁਕਤਾ ਹੈ। ਗੁਰ ਮਿਲ ਕਾਜ ਸਵਾਰੇ, ਗੁਰੂ ਨੂੰ ਮਿਲ ਕੇ ਤੂੰ ਜੀਵਨ ਦਾ ਕਾਜ ਸਵਾਰ। ਇਕੱਲੇ ਨਹੀਂ, ਗੁਰੂ ਸਾਨੂੰ ਯੁਕਤੀ ਦਿੰਦਾ ਹੈ, ਮਾਲਕ ਵਾਹਿਗੁਰੂ ਨੇ ਸ਼ਕਤੀ ਦਿੱਤੀ ਹੈ। ਤਿੰਨ ਚੀਜ਼ਾਂ ਦਾ ਸੁਮੇਲ ਹੁੰਦਾ ਹੈ। ਤੁਸੀਂ ਬਿਜ਼ਨਸ ਕਰਦੇ ਹੋ, ਕਾਰੋਬਾਰ ਕਰਦੇ ਹੋ, ਕੀ ਹੁੰਦਾ ਉਹਦੇ 'ਚ? ਦੋ ਚੀਜ਼ਾਂ ਤੇ ਖਾਸ ਹੁੰਦੀਆਂ ਨੇ।
ਇੱਕ ਸਾਡੇ ਕੋਲ ਜੁਗਤੀ ਹੁੰਦੀ ਹੈ, ਇੱਕ ਸਾਡੇ ਕੋਲ ਸ਼ਕਤੀ ਹੁੰਦੀ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਲਈਏ ਇੱਕ ਤਾਕਤ ਚਾਹੀਦੀ ਹੈ, ਇੱਕ ਤਰੀਕਾ ਚਾਹੀਦਾ ਹੈ। ਧਨ ਕਿਸੇ ਬੰਦੇ ਕੋਲ ਇਕੱਲਾ ਧਨ ਹੋਏ ਤੇ ਤਰੀਕਾ ਕੋਈ ਨਾ ਹੋਏ, ਕੀ ਉਹ ਕਮਾਈ ਕਰ ਸਕਦਾ ਹੈ? ਧਨ ਇੱਕ ਤਾਕਤ ਹੈ, ਸਰੀਰ ਇੱਕ ਤਾਕਤ ਹੈ, ਪਰ ਕੱਲੀ ਤਾਕਤ ਕੀ ਕਰੇਗੀ? ਨਾਲ ਜੁਗਤੀ ਵੀ ਚਾਹੀਦੀ, ਤੇ ਕੱਲੀ ਜੁਗਤੀ ਕੀ ਕਰੇਗੀ? ਤਾਕਤ ਵੀ ਚਾਹੀਦੀ ਹੈ। ਤਾਕਤ ਵੀ ਹੋਏ, ਤਰੀਕਾ ਵੀ ਹੋਏ, ਜੀਵਨ 'ਚ ਸਫਲਤਾ ਜ਼ਰੂਰ ਪ੍ਰਾਪਤ ਹੁੰਦੀ ਹੈ। ਤਰੀਕਾ ਜੁਗਤੀ ਸਾਨੂੰ ਗੁਰੂ ਬਖਸ਼ਦਾ ਹੈ। ਗੁਰਮੁਖ ਪਿਆਰਿਓ, ਤਨ ਧਨ ਦਾਤਾ ਕਰਤੇ ਮਾਲਕ ਵਾਹਿਗੁਰੂ ਦੀਆਂ ਨੇ। ਜਦੋਂ ਗੁਰੂ ਰਾਹੀਂ ਆਪਾਂ ਇਸ ਨੂੰ ਵਰਤਦੇ ਹਾਂ, ਜੀਵਨ ਦੀ ਸਫਲਤਾ, ਜੀਵਨ ਦਾ ਮਨੋਰਥ ਜ਼ਰੂਰ ਪ੍ਰਾਪਤ ਹੋ ਜਾਂਦਾ ਹੈ। ਇਸ ਵਾਸਤੇ ਮਨ ਗੁਰ ਮਿਲ ਕਾਜ ਸਵਾਰੇ। ਹੈ ਮਨ, ਗੁਰੂ ਨੂੰ ਮਿਲ ਕੇ ਤੂੰ ਜੀਵਨ ਦਾ ਕਾਜ ਸਵਾਰ। ਸਾਡਾ ਕਾਜ ਸਾਨੂੰ ਆਪ ਹੀ ਸਵਾਰਨਾ ਪੈਣਾ ਹੈ। ਠੀਕ ਹੈ, ਉਹ ਵਿਧਾਨ ਹੈ, ਇੱਕ ਮਰਿਆਦਾ ਹੈ। ਆਪਾਂ ਬਾਅਦ ਕੋਈ ਸਾਡਾ ਸੱਜਣ ਪਿਆਰਾ ਮਿੱਤਰ ਚਲਾ ਜਾਂਦਾ ਹੈ, ਆਪਾਂ ਪਾਠ ਕਰਦੇ ਹਾਂ, ਕੀਰਤਨ ਕਰਦੇ ਹਾਂ, ਅਰਦਾਸ ਕਰਦੇ ਹਾਂ, ਹੇ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ। ਠੀਕ ਹੈ, ਇਹ ਵਿਧਾਨ ਹੈ, ਪਰ ਸੱਚ ਜਾਣਿਓ ਗੁਰਮੁਖੋ, ਕੱਲਾ ਇਹਦੇ ਭਰੋਸੇ ਨਾ ਰਹਿ ਜਾਵਾਂਗੇ ਵੀ ਕੋਈ ਨਹੀਂ ਦਰਬਾਰ ਸਾਹਿਬ ਦੇ ਰਾਗੀ ਆਉਣਗੇ ਤੇ ਕੋਈ ਨਹੀਂ ਵੱਡਾ ਕਥਾਵਾਚਕ ਆਏਗਾ, ਅਰਦਾਸ ਕਰੇਗਾ, ਮੁਕਤੀ ਮਿਲ ਜਾਏਗੀ। ਸੱਚ ਜਾਣਿਓ, ਠੀਕ ਹੈ, ਵਿਧਾਨ ਹੈ, ਮਰਿਆਦਾ ਹੈ, ਪਰ ਸਾਨੂੰ ਆਪ ਵੀ ਉਦਮ ਕਰਨਾ ਪੈਣਾ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਹੋ। ਸਾਨੂੰ ਆਪ ਵੀ ਤੇ ਬਾਣੀ ਗੁਰੂ ਕਾ ਉਪਦੇਸ਼ ਸੇਵਾ ਹੈ, ਉਹ ਜੀਵਨ 'ਚ ਹੋਏਗੀ, ਫਿਰ ਲਾਹਾ ਹੈ ਜੀਵਨ ਦਾ। ਸਾਨੂੰ ਜਿਉਂਦਿਆਂ ਵੀ ਅਰਦਾਸ ਕਰਨੀ ਪੈਣੀ ਹੈ, ਸੱਚੇ ਪਾਤਸ਼ਾਹ ਮੇਰੇ ਮਨ ਨੂੰ ਸ਼ਾਂਤੀ ਬਖਸ਼ੋ, ਮੇਰੇ ਜੀਵਨ ਨੂੰ ਪੂਰਨਤਾ ਬਖਸ਼ੋ। ਰੱਬ ਦੇ ਪਿਆਰੇ ਗੁਰਮੁਖ ਜਨ ਆਪਣੇ ਹੱਥੀਂ ਆਪਣਾ ਕਾਜ ਆਪ ਹੀ ਸਵਾਰ ਲੈਂਦੇ ਨੇ। ਭਗਤ ਕਬੀਰ ਜੀ ਕਹਿੰਦੇ, ਕੋਈ ਗੱਲ ਨਹੀਂ, ਮੈਂ ਚੱਲਿਆ, ਹੁਣ ਫਿਕਰ ਨਾ ਕਰਿਓ, ਕੋਈ ਹਵਨ ਕਰਨ ਦੀ ਲੋੜ ਨਹੀਂ। ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੂਝ ਸਮਾਵੇਂਗੇ। ਰੱਬ ਦੇ ਪਿਆਰੇ ਵੇਖੋ, ਜਿਨ੍ਹਾਂ ਨੇ ਜੀਵਨ ਦਾ ਕਾਜ ਸਵਾਰਿਆ, ਉਹਨਾਂ ਨੂੰ ਫਿਰ ਕੋਈ ਘਬਰਾਹਟ, ਕੋਈ ਡਰ, ਕੋਈ ਚਿੰਤਾ ਜੀਵਨ ਦੇ ਪਰਥਾਏ ਨਹੀਂ ਹੁੰਦੀ। ਤੇ ਇਸ ਵਾਸਤੇ ਸਾਹਿਬ ਜੀ ਕਹਿੰਦੇ, ਮਨ ਤੂੰ ਵੀ ਗੁਰੂ ਨੂੰ ਮਿਲ ਕੇ ਆਪਣਾ ਕਾਜ ਸਵਾਰ। ਇਹ ਯਾਦ ਰੱਖੀ, ਕਿਆ ਜਾਣਾ ਕਿਵ ਮਰਹੈਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਸਾਰੇ ਆਖੋ ਸਤਿਨਾਮ ਸ਼੍ਰੀ। ਮੇਰੇ ਸਾਹਿਬ ਜੀ ਆਖਦੇ ਨੇ, ਇਹ ਸੰਸਾਰ ਵਿਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਜਿਹਦੇ ਸੰਸਾ ਨਹੀਂ ਹੈ ਕੋਈ। ਬ੍ਰਹਮ ਗਿਆਨੀ ਉਹ ਹੈ ਜਿਹਨੂੰ ਇੱਕੋ ਹੀ ਦਿਸਦਾ ਹੈ, ਜਿਹਦੀ ਦ੍ਰਿਸ਼ਟੀ ਵਿਕਾਰੀ ਨਹੀਂ ਹੈ, ਜਿਹਨੂੰ ਊਚ ਨੀਚ ਨਹੀਂ ਦਿਸਦੀ, ਜਿਹਦੇ ਜੀਵਨ 'ਚ ਤੇਰ ਮੇਰ ਨਹੀਂ ਰਹਿ ਗਈ। ਗੁਰਮੁਖ ਪਿਆਰਿਓ, ਜਿਹਦੇ ਕੋਲ ਐਸਾ ਨਜ਼ਰੀਆ ਆ ਗਿਆ ਆਪਣੇ ਆਤਮ ਨੂੰ, ਕਿਉਂਕਿ 3 ਅਵਸਥਾਵਾਂ ਸਾਡੇ ਸਰੀਰ ਦੀਆਂ ਨੇ। ਖਾਕ ਤੋਂ ਖੁਰਾਕ ਬਣਦੀ ਹੈ, ਖੁਰਾਕ ਤੋਂ ਸਰੀਰ ਬਣਦਾ ਹੈ, ਤਨ ਬਣਦਾ ਸਾਡਾ। ਤਨ ਦੀਆਂ 3 ਅਵਸਥਾਵਾਂ ਨੇ, ਬਾਲ, ਜਵਾਨੀ ਤੇ ਬੁਢੇਪਾ। ਤਨ ਦੇ ਤਲ ਤੇ ਰਹਿ ਰਿਹਾ ਹੈ ਉਹ ਮਾਦਾ ਦ੍ਰਿਸ਼ਟੀ ਵਾਲਾ ਹੈ। ਮਨ ਦਿਸਦਾ ਹੈ ਸੂਖਸ਼ਮ ਦ੍ਰਿਸ਼ਟੀ ਨਾਲ। ਤੇ 3 ਅਵਸਥਾਵਾਂ ਮਨ ਦੀਆਂ ਨੇ, ਅਚੇਤ ਮਨ, ਸੁਚੇਤ ਮਨ, ਉਨਮਨ। ਆਤਮ ਦੀ ਲਖਤਾ ਹੁੰਦੀ ਹੈ ਬ੍ਰਹਮ ਦ੍ਰਿਸ਼ਟੀ ਨਾਲ, ਮਨ ਦਾ ਸਮਝ ਆਉਂਦੀ ਹੈ ਸੂਖਸ਼ਮ ਦ੍ਰਿਸ਼ਟੀ ਨਾਲ, ਤੇ ਤਨ ਦੀ ਗੱਲ ਹੈ ਬਾਹਰ ਦੀ ਜਿਹੜੀ ਮਾਦਾ ਦ੍ਰਿਸ਼ਟੀ ਹੈ। ਸੋ ਬ੍ਰਹਮ ਗਿਆਨੀ ਕੌਣ ਹੈ? ਆਤਮ ਦੀਆਂ ਵੀ 3 ਅਵਸਥਾਵਾਂ ਨੇ, ਸਤ, ਚਿਤ, ਆਨੰਦ। ਰੱਬ ਦਾ ਪਿਆਰਾ ਪਹੁੰਚ ਗਿਆ ਸਤ ਵਿੱਚ। ਚਿੱਤ ਚੇਤਨਤਾ ਹੈ ਉਹਦੇ 'ਚ ਸਦਾ ਹੀ। ਰੱਬ ਦੇ ਪਿਆਰੇ 'ਚ ਸਦਾ ਹੀ ਆਨੰਦ ਹੈ। ਸਤ, ਚਿੱਤ, ਆਨੰਦ, ਇਹ ਆਤਮ ਦੀ, ਇਹ ਪਰਮਾਤਮ ਦੀ ਅਵਸਥਾ ਹੈ। ਤੇ ਬ੍ਰਹਮ ਗਿਆਨੀ ਹੈ ਜਿਹੜਾ ਆਤਮ ਪਰਮਾਤਮ ਦੀ ਲਖਤਾ ਨੂੰ ਜੀਵਨ 'ਚ ਮਾਣਦਾ ਪਿਆ। ਜਿੱਥੇ ਹੁਣੇ ਹੀ ਭਗਤ ਕਬੀਰ ਜੀ ਨੇ ਉਹ ਸ਼ਬਦ ਉਚਾਰਨ ਕੀਤਾ ਸੀ, ਕੁਮਾਰੈ ਏਕ ਜੋ ਮਾਟੀ ਗੁੰਦੀ, ਬਹੁ ਵਿਦਵਾਨੀ ਲਾਈ, ਕਾਹੂੰ ਮੈਂ ਮੋਤੀ ਮੁਕਤਾਹਲ, ਕਾਹੂੰ ਬਿਆਦ ਲਗਾਈ। ਵੇਖੋ ਕੀ ਹੈ ਬ੍ਰਹਮ ਗਿਆਨੀ?
ਧਿਆਨ ਕਿਹਦੇ ਵੱਲ ਜਾ ਰਿਹਾ? ਕੁਮਾਰ ਵੱਲ, ਮਿੱਟੀ ਵੱਲ। ਤੇ ਜਿਹਦੇ ਕੋਲ ਦੋਖ ਦ੍ਰਿਸ਼ਟੀ ਹੋਏਗੀ ਉਹ ਕੀ ਵੇਖੇਗਾ? ਆਹ ਦੀਵਾ ਛੋਟਾ ਹੈ, ਆਹ ਘੜਾ ਬਹੁਤ ਵੱਡਾ ਹੈ। ਉਹ ਘੜਿਆਂ ਦਾ ਫਰਕ ਦੇਖਦਾ ਹੈ। ਜਿਹਦੇ ਕੋਲ ਉਹ ਬ੍ਰਹਮ ਦ੍ਰਿਸ਼ਟੀ ਹੁੰਦੀ, ਉਹਨੂੰ ਸਮਝ ਆਉਂਦੀ ਮਿੱਟੀ ਤੇ ਇੱਕੋ ਹੀ ਹੈ ਨਾ, ਫਰਕ ਥੋੜਾ ਹੈ ਕੋਈ। ਦੀਵਿਆਂ ਦਾ ਫਰਕ ਹੈ, ਜੋਤ ਦਾ ਥੋੜਾ ਕੋਈ ਫਰਕ ਹੈ। ਤਾਂ ਮੇਰੇ ਗੁਰਦੇਵ ਕਹਿੰਦੇ ਜਿੱਥੇ ਇਹ ਅਵਸਥਾ ਜੀਵਨ ਚ ਆਉਂਦੀ ਹੈ, ਤਰਿਓ ਬ੍ਰਹਮ ਗਿਆਨੀ। ਬੜੇ ਸੰਸੇ ਨੇ, ਬੜੀ ਦਵੈਤ ਹੈ, ਬੜੇ ਭੁਲੇਖੇ ਨੇ, ਬੜੇ ਵੈਰ ਵਿਰੋਧ ਨੇ। ਰੱਬ ਦੇ ਪਿਆਰੇ ਜਿਹੜੇ ਬ੍ਰਹਮ ਦੀ ਲਖਤਾ ਰੱਖਦੇ ਨੇ, ਅੱਜ ਤਾਂ ਤੁਸੀਂ ਹੁਕਮਨਾਮਾ ਸਰਵਣ ਕੀਤਾ ਹੈ, ਬ੍ਰਹਮ ਬਿੰਦੈ ਤਿਸਦਾ ਬ੍ਰਹਮ ਤਰਹਿ। ਬਿੰਦੈ ਦਾ ਅਰਥ ਹੈ ਜਾਣਨਾ, ਵਿੰਦ ਸ਼ਬਦ ਬਣਿਆ ਵੇਦ ਤੋਂ, ਵੇਦ ਦਾ ਅਰਥ ਹੁੰਦਾ ਹੈ ਗਿਆਨ। ਤਿਸਦਾ ਬ੍ਰਹਮ ਤਰਹਿ ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਤਰਿਓ ਬ੍ਰਹਮ ਗਿਆਨੀ ਹੈ। ਤੋ ਗੁਰਦੇਵ ਅੱਗੇ ਆਖਦੇ ਨੇ, ਜਿਸੈ ਜਗਾਏ ਪਿਆਵੈ ਇਹ ਰਸ, ਅਕਥ ਕਥਾ ਤਿਨ ਜਾਨੀ। ਜਿਹਨੂੰ ਮਾਲਕ ਵਾਹਿਗੁਰੂ ਇਹ ਆਤਮਕ ਸੋਝ ਬਖਸ਼ਿਸ਼ ਕਰਦਾ ਹੈ, ਇਹ ਆਤਮਕ ਰਸ ਜਿਨਨੇ ਮਾਣਿਆ, ਅਕਥ ਦੀ ਕਥਾ ਜਿਨਨੇ ਜਾਣੀ ਹੈ। ਕਥਾ ਮੁਬਾਰਕ ਹੈ ਜੇ ਸਾਨੂੰ ਅਕਥ ਨਾਲ ਜੋੜਦਾ ਏ, ਕੀਰਤਨ ਮੁਬਾਰਕ ਹੈ ਜੇ ਰੱਬੀ ਕੀਰਤੀ ਨਾਲ ਆਪਾਂ ਜੁੜ ਜਾਈਏ। ਮੁਬਾਰਕ ਹੈ ਉਹ ਕੀਰਤਨ, ਉਹ ਸਾਜ਼ ਮੁਬਾਰਕ ਨੇ। ਤੇ ਜੇ ਸਾਜ਼ਾਂ ਤੱਕ ਹੀ ਰਹਿ ਗਏ ਫਿਰ ਕੀ ਕਰਾਂਗੇ? ਜੇ ਕੰਨ ਰਸੀ ਰਹਿ ਗਿਆ ਕਥਾ 'ਚ ਫਿਰ ਕੀ ਕਰਾਂਗੇ? ਬੜੀ ਮੁਸ਼ਕਿਲ ਪੈਦਾ ਹੋਣੀ। ਉਹ ਭਾਈ ਸਾਹਿਬ ਨੇ ਕਥਾ ਸੁਣਾਈ, ਕੋਈ ਉਦਾਹਰਨ ਦਿੱਤੀ, ਤੋ ਸੰਗਤ ਵਿੱਚੋਂ ਕੋਈ ਸੱਜਣ ਕਹਿਣ ਲੱਗਾ, ਭਾਈ ਸਾਹਿਬ ਜੀ ਦੁਬਾਰਾ ਦੱਸਿਓ। ਤੋ ਭਾਈ ਸਾਹਿਬ ਨੇ ਉਹ ਫਿਰ ਗੱਲ ਦੁਬਾਰਾ ਦੱਸੀ। ਕਹਿੰਦੇ ਨਹੀਂ ਭਾਈ ਸਾਹਿਬ ਜੀ ਇੱਕ ਵਾਰ ਹੋਰ ਦੱਸਿਓ। ਭਾਈ ਸਾਹਿਬ ਨੇ ਇੱਕ ਵਾਰ ਹੋਰ ਗੱਲ ਸਮਝਾਈ। ਤੇ ਭਾਈ ਸਾਹਿਬ ਨੇ ਪੁੱਛਿਆ ਵੀ ਲੱਗਦਾ ਤੁਹਾਨੂੰ ਗੱਲ ਬੜੀ ਪਸੰਦ ਆਈ ਹੈ, ਚੰਗੀ ਆਈ ਹੈ। ਉਹ ਕਹਿਣ ਲੱਗਾ, ਭਾਈ ਸਾਹਿਬ ਜੀ ਗੱਲ ਤੇ ਚਲੋ ਕੀ ਪਸੰਦ ਆਉਣੀ ਸੀ, ਨਹੀਂ ਆਉਣੀ ਸੀ, ਮੈਂ ਤੇ ਯਾਦ ਕਰ ਰਿਹਾ ਸਾਂ ਕਿਸੇ ਨਾਲ ਸਿੰਘ ਫਸ ਜਾਣ, ਉਦਾਹਰਣ ਬੜੀ ਚੰਗੀ ਹੈ, ਦਲੀਲ ਬੜੀ ਚੰਗੀ ਹੈ। ਸੱਚ ਜਾਣਿਓ, ਜੇ ਕਥਾ ਵੀ ਅਕਥ ਤੱਕ ਨਹੀਂ ਗਈ, ਉਸ ਰਸ ਤੱਕ ਨਹੀਂ ਗਈ, ਫਿਰ ਤੇ ਝਗੜੇ ਨੇ, ਵਾਦ ਵਿਵਾਦ ਨੇ, ਬਸ ਫਿਰ ਤੇ ਛੁਰੀਆਂ ਤਿੱਖੀਆਂ ਕਰਨੀਆਂ ਨੇ, ਕਰ ਲਈਆਂ। ਮਰਿਆਦਾ ਦੇ ਨਾਂ ਤੇ ਕਰ ਲਈਆਂ, ਰੱਬ ਦੇ ਨਾਂ ਤੇ ਕਰ ਲਈਆਂ, ਧੜਿਆਂ ਦੇ, ਫਿਰ ਤੇ ਠੀਕ ਹੈ, ਛੁਰੀ ਤਿੱਖੀ ਕਰ ਲਈ, ਪੰਡਤ ਬਣ ਗਿਆ ਬਸ। ਇੱਕ ਚਾਹੁੰਦਾ ਮੈਂ ਤਲਵਾਰ ਮਾਰ ਕੇ ਕਿਸੇ ਦਾ ਸਿਰ ਪੈਰਾਂ 'ਚ ਵੱਢ ਕੇ ਰੱਖ ਦੇਵਾਂ, ਇੱਕ ਕਹਿੰਦਾ ਵਿਚਾਰ ਦੇ ਨਾਲ ਮੈਂ ਹਰਾ ਕੇ ਕਿਸੇ ਨੂੰ ਪੈਰਾਂ ਤੇ ਡੇਗ ਲਵਾਂ। ਹੈ ਤੇ ਬਿਰਤੀ ਕੋਈ ਹੋ ਗਈ ਨਾ ਦੋਨਾਂ ਦੀ। ਤੇ ਗੁਰਮੁਖੋ, ਗੁਰੂ ਦੀ ਕਥਾ ਐਸੀ ਨਹੀਂ ਹੈ। ਇੱਥੇ ਆਪਾਂ ਬੁੱਧੀ ਤੇਜ਼ ਕਰਨ ਵਾਸਤੇ ਨਹੀਂ ਆਏ, ਦਲੀਲਾਂ ਇਕੱਠੀਆਂ ਨਹੀਂ ਕਰਨ ਵਾਸਤੇ ਆਏ। ਇੱਥੇ ਤੇ ਕੁਝ ਅਨੁਭਵ ਲੈਣ ਵਾਸਤੇ ਆਏ ਆ, ਜਿਹੜਾ ਗੁਰੂ ਦਾ ਹੈ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਜੈਸਾ ਗੁਰੂ ਦਾ ਅਨੁਭਵ ਹੈ, ਉਹਦੇ 'ਚੋਂ ਕੁਝ ਕਿਣਕਾ ਮਾਤਰ ਸਾਡੇ ਜੀਵਨ 'ਚ ਵਰਤ ਜਾਏ। ਇੱਥੇ ਆਪਾਂ ਜਾਣਕਾਰੀਆਂ ਲੈਣ ਨਹੀਂ ਆਏ, ਗੁਰੂ ਕੋਲੋਂ ਅਨੁਭਵ ਲੈਣ ਆਏ ਆ, ਜਿਹੜਾ ਬਾਣੀ ਦਾ ਹੈ, ਗੁਰੂਆਂ ਦਾ ਹੈ, ਬ੍ਰਹਮ ਗਿਆਨੀ ਸਤਿਪੁਰਸ਼ਾਂ ਦਾ ਹੈ। ਤੋ ਗੁਰਦੇਵ ਕਹਿੰਦੇ ਜਿੱਥੇ ਫਿਰ ਅਕਥ ਕਥਾ ਤਿਨ ਜਾਣੀ, ਜਿਹੜੇ ਐਸੇ ਬਖਸ਼ਿਸ਼ ਦਾ ਪਾਤਰ ਬਣਿਆ ਨਾ, ਜੋ ਉਸਨੇ ਅਕਥ ਨੂੰ ਮਾਣ ਲਿਆ। ਕਥਾ ਦਾ ਅਰਥ ਹੈ ਉਸ ਦੀ ਮਹਿਮਾ। ਜਾ ਕੋ ਆਏ ਸੋਈ ਵਿਹਾਜੋ ਹਰ, ਗੁਰ ਤੇ ਮਨੇ ਵਸੇਰਾ। ਜਿਸ ਵਾਸਤੇ ਆਏ ਆ ਉਹਨੂੰ ਜ਼ਰੂਰ ਵਿਹਾਂਜ ਲਿਆ ਜਾਏ। ਹਰ ਹਰੀ ਮਾਲਕ ਵਾਹਿਗੁਰੂ, ਗੁਰ ਤੇ ਗੁਰੂ ਰਾਹੀਂ ਮਨੈ ਵਸੇਰਾ। ਉਹਦਾ ਵਸੇਰਾ, ਉਹਦਾ ਵਸੇਬਾ ਸਾਡੇ ਮਨ 'ਚ ਹੁੰਦਾ ਹੈ। ਫਿਰ ਸਾਹਿਬ ਕਹਿੰਦੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਵਹੁਰ ਨਾ ਹੋਏ ਗੋ ਫੇਰਾ। ਇੱਕ ਪਾਣੀ ਦਾ, ਨਦੀ ਦਾ ਨਿਜ ਘਰ ਹੈ ਸਮੁੰਦਰ, ਤੇ ਤੁਸੀਂ ਵੇਖੋ ਜਿਹੜੀ ਨਦੀ ਗਈ ਸਮੁੰਦਰ ਵੱਲ, ਮੁੜ ਕੇ ਥੋੜ੍ਹਾ ਆਈ ਹੈ। ਜਿਹੜਾ ਵੀ ਕੋਈ ਨਿਜ ਘਰ 'ਚ ਚਲਾ ਜਾਂਦਾ ਹੈ, ਮੁੜ ਕੇ ਨਹੀਂ ਆਉਂਦਾ। ਉਹ ਨਦੀ ਚਲੀ ਗਈ, ਮੁੜ ਕੇ ਨਹੀਂ ਆਈ। ਤੇ ਗੁਰਦੇਵ ਕਹਿੰਦੇ ਐਸਾ ਨਿਜ ਘਰ ਪ੍ਰਾਪਤ ਕਰੀਏ ਨਾ। ਸਾਡੀ ਸੁਰਤ ਦਾ ਨਿਜ ਘਰ ਹੈ ਗੁਰੂ ਕਾ ਸ਼ਬਦ, ਆਤਮਾ ਦਾ ਨਿਜ ਘਰ ਹੈ ਪਰਮਾਤਮਾ। ਇੱਕ ਬੀਜ ਦਾ ਨਿਜ ਘਰ ਹੁੰਦਾ ਹੈ ਫਲ, ਇੱਕ ਨਦੀ ਦਾ ਨਿਜ ਘਰ ਹੁੰਦਾ ਹੈ ਸਮੁੰਦਰ। ਸਾਡਾ ਸਭਨਾਂ ਦਾ ਨਿਜ ਘਰ ਹੈ ਮਾਲਕ ਵਾਹਿਗੁਰੂ। ਤੋ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਵਹੁਰ ਨਾ ਹੋਏ ਕੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ,
ਸ਼ਰਧਾ ਮਨ ਕੀ ਪੂਰੇ। ਹੈ ਵਾਹਿਗੁਰੂ, ਤੂੰ ਅੰਦਰ ਦੀ ਜਾਣਨ ਵਾਲਾ ਹੈ, ਸ਼ਰਧਾ ਪੂਰੀ ਕਰਨ ਵਾਲਾ ਹੈ, ਤੂੰ ਸਾਰੀ ਵਿਧੀ ਰਚਣ ਵਾਲਾ ਹੈ। ਇੱਕ ਮੇਰੀ ਅਰਦਾਸ ਹੈ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਨਾਨਕ ਦਾਸ ਤੇਰੇ ਕੋਲ ਇਹ ਦਾਤ ਮੰਗਦਾ ਸੁੱਖਾਂ ਭਰੀ, ਮੈਨੂੰ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਸਦਾ ਧੂੜੀ